आप लेहो तुम कथा सुधारी। सतनाम श्री वाहिगुरु साहिब जी। तिमहि सब संगत पर पायन, अपनी अपनी अरप उपायन। सफल बिलोचन करत निहारे, नह त्रिपतः होवत बलिहारे। वाहिगुरु जी का खालसा वाहिगुरु जी की फतेह। परम सन्मान जो गुरु की साजी नवाजी हुई। गुरु रूप गुरु खालसा साध संगत जी, आप जी अत्यंत ਵਡਭਾਗੇ ਹੋ ਜੋ ਸਤਿਗੁਰਾਂ ਦੇ ਪਵਿੱਤਰ ਪਾਵਨ ਚਰਨ ਕਮਲਾਂ ਵਿਖੇ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਮਨੁੱਖਾ ਜੀਵਨ ਦੀਆਂ ਕੀਮਤੀ ਘੜੀਆਂ ਨੂੰ ਸਫਲਿਆਂ ਕਰ ਰਹੇ ਹੋ ਔਰ ਗੁਰੂ ਕੀ ਪਵਿੱਤਰ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਕਥਾ, ਗੁਰ ਇਤਿਹਾਸ ਦੀ ਕਥਾ ਰੋਜ਼ ਸਰਵਣ ਕਰਦੇ ਹੋ। ਧੰਨ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਭਾਈ ਜੋਧ ਰਾਏ ਵਰਗੇ ਗੁਰਸਿੱਖ ਹਾਜ਼ਰ ਹੋਏ ਹਨ। ਸਤਿਗੁਰੂ ਜੀ ਨੇ ਇਹਨਾਂ 'ਤੇ ਬੜੀ ਕਿਰਪਾ ਬਖਸ਼ਿਸ਼ ਕੀਤੀ। ਜਦੋਂ ਭਾਈ ਰੂਪੇ ਵਿਖੇ ਮਹਾਰਾਜ ਬਿਰਾਜੇ ਹੋਏ ਸਨ, ਭਾਈ ਤਾਰਾ ਚੰਦ ਬਖਤ ਮੱਲ ਕਾਬਲ ਦੀਆਂ ਸੰਗਤਾਂ ਨੂੰ ਲੈ ਕੇ ਕਾਬਲ ਦੀ ਸੰਗਤ ਸਮੇਤ ਸਤਿਗੁਰਾਂ ਦੇ ਦਰਸ਼ਨਾਂ ਲਈ ਪਹੁੰਚੇ ਹਨ। ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਆਪਣੀਆਂ ਪ੍ਰੇਮ ਭੇਟਾਵਾਂ ਅਰਪਣ ਕੀਤੀਆਂ ਹਨ। ਇਹਨਾਂ ਗੁਰਸਿੱਖਾਂ ਨਾਲ ਸਤਿਗੁਰੂ ਜੀ ਦੇ ਕੀ ਬਚਨ ਬਿਲਾਸ ਹੋਏ। ਅੱਗੇ ਕਥਾ ਪ੍ਰੇਮ ਨਾਲ ਆਰੰਭ ਹੋ ਰਹੀ ਹੈ, ਸਰਵਣ ਕਰੀਏ। ਸਾਰੀ ਸੰਗਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। तिमहि सब संगत पर पायन। ਤਾਂ ਸਾਰੀ ਸੰਗਤ ਨੇ ਵੀ ਮੱਥਾ ਟੇਕਿਆ ਗੁਰੂ ਸਾਹਿਬ ਦੇ ਚਰਨਾਂ ਵਿੱਚ। अपनी अपनी अरप उपायन। ਆਪਣੀਆਂ ਆਪਣੀਆਂ ਪ੍ਰੇਮ ਭੇਟਾਵਾਂ ਮਹਾਰਾਜ ਦੇ ਚਰਨਾਂ 'ਚ ਅਰਪਣ ਕੀਤੀਆਂ ਹਨ सफल बिलोचन करत निहारे। ਔਰ ਮਹਾਰਾਜ ਦੇ ਦਰਸ਼ਨ ਕਰਕੇ ਆਪਣੀਆਂ ਅੱਖਾਂ ਸਫਲੀਆਂ ਕੀਤੀਆਂ ਹਨ। ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਮ। ਜਦੋਂ ਨੇਤਰਾਂ ਨਾਲ ਗੁਰੂ ਜੀ ਦੇ ਦਰਸ਼ਨ ਕਰੀਏ, ਨੇਤਰ ਸਫਲੇ ਹੁੰਦੇ ਹਨ। ਕੰਨਾਂ ਨਾਲ ਬਾਣੀ ਸੁਣੀਏ, ਕੰਨ ਸਫਲੇ ਹੁੰਦੇ ਹਨ। ਹਾਂਜੀ। ਨਹ ਤ੍ਰਿਪਤਹ ਹੋਵਤ ਬਲਿਹਾਰੇ। ਗੁਰੂ ਕੇ ਸਿੱਖ ਦਰਸ਼ਨ ਕਰ ਕਰਕੇ ਤ੍ਰਿਪਤ ਨਹੀਂ ਹੁੰਦੇ, ਰੱਜਦੇ ਨਹੀਂ। ਮਹਾਰਾਜ ਦੇ ਦਰਸ਼ਨ ਕਰ ਕਰਕੇ ਬਲਿਹਾਰ ਬਲਿਹਾਰ ਜਾਂਦੇ ਹਨ। ਧੰਨ ਧੰਨ ਚਹੁ ਦਿਸ਼ ਤੇ ਕਰੇ। ਸਾਰੀਆਂ ਸੰਗਤਾਂ ਕਹਿ ਰਹੀਆਂ ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ। ਜੈ ਜੈਕਾਰ ਹੋ ਰਹੀ ਹੈ ਸਤਿਗੁਰੂ ਜੀ ਦੀ। ਹਲਤ ਪਲਤ ਕੇ ਰਖਿਅਕ ਅਹ। ਧੰਨ ਗੁਰੂ ਹਰਗੋਬਿੰਦ ਸਾਹਿਬ ਆਪਣੇ ਸਿੱਖਾਂ ਦੇ ਲੋਕ ਪਰਲੋਕ ਦੇ ਰਾਖੇ ਹਨ। ਸਤਿਗੁਰ ਸਿੱਖਾ ਹਲਤ ਪਲਤ ਸਵਾਰ ਹੈ, ਆਪਣੇ ਸਿੱਖਾਂ ਦਾ ਹਲਤ ਪਲਤ ਸਵਾਰਨ ਵਾਲੇ ਹਨ। ਜਗਲ ਮਸੰਦਨ ਕੇ ਜਤ ਬੈਸੇ। ਦੋਵੇਂ ਮਸੰਦ ਭਾਈ ਤਾਰਾ ਚੰਦ ਤੇ ਭਾਈ ਬਖਤ ਮੱਲ ਅਤੇ ਕਾਬਲ ਕਧਾਰ ਦੀਆਂ ਸੰਗਤਾਂ ਬੈਠੀਆਂ ਹਨ। ਬ੍ਰਿੰਦ ਚਕੋਰ ਚੰਦ ਪਿਖ ਜੈਸੇ। ਮਹਾਰਾਜ ਦੇ ਦਰਸ਼ਨ ਕਰ ਰਹੀਆਂ ਸੰਗਤਾਂ, ਇੰਜ ਲੱਗਦਾ ਜਿਵੇਂ ਬਹੁਤ ਸਾਰੀਆਂ ਚਕੋਰਾਂ ਚੰਦਰਮਾ ਦੇ ਦਰਸ਼ਨ ਕਰ ਰਹੀਆਂ ਹੋਣ। ਚੰਦ ਚਕੋਰ ਪ੍ਰੀਤ ਹੈ, ਲਾਏ ਤਾਰ ਨਿਹਾਲੇ। ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ। ਨਾਰ ਪਧਾਰ ਪਿਆਰ ਹੈ, ਮਾਂ ਪੁੱਤ ਸੰਭਾਲੇ। ਨਿਹੋ ਕਵਲ ਜਲ ਜਾਣੀਐ, ਖਿੜ ਮੂੰਹ ਵਿਖਾਲੇ। ਚਕਵੀ ਸੂਰਜ ਹੇਤ ਹੈ, ਮਿਲ ਹੋਣ ਸੁਖਾਲੇ। ਪੀਰ ਮੁਰੀਦਾਂ ਪਿਰਹੜੀ, ਉਹ ਨਿਭੈ ਨਾਲੇ। ਗੁਰੂ ਦੇ ਨਾਲ ਸਿੱਖਾਂ ਦਾ ਐਸਾ ਪ੍ਰੇਮ ਹੁੰਦਾ ਹੈ। ਭਾਈ ਸਾਹਿਬ ਗੁਰਦਾਸ ਜੀ ਨੇ 27ਵੀਂ ਵਾਰ ਇਸੇ ਪ੍ਰਥਾਏ ਉਚਾਰਨ ਕੀਤੀ ਹੈ। ਹਾਂਜੀ। ਬੂਝੀ ਸਤਿਗੁਰ ਕੁਸ਼ਲ ਬਤਾਈ। ਸਤਿਗੁਰੂ ਜੀ ਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਨੇ ਤੇ ਦਰਸ਼ਨ ਕਰ ਕਰਕੇ ਸਿੱਖ ਬਲਿਹਾਰ ਬਲਿਹਾਰ ਜਾਂਦੇ ਨੇ। ਮਨੋ ਕਾਮਨਾ ਸਭ ਨੇ ਪਾਈ। ਤੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਸਭ ਦੀਆਂ ਮਨੋਕਾਮਨਾ ਪੂਰਨ ਹੁੰਦੀਆਂ ਹਨ। ਦ੍ਰਿਸ਼ਟ ਮਿਹਰ ਕੀ ਤਿਨ ਪਰ ਡਾਰੀ। ਤੇ ਸਤਿਗੁਰੂ ਜੀ ਉਹਨਾਂ ਸਿੱਖਾਂ ਵੱਲ ਮਿਹਰ ਦੀ ਦ੍ਰਿਸ਼ਟੀ ਨਾਲ ਤੱਕਦੇ ਹਨ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਰੀ ਸੰਗਤ ਤੇ ਮਿਹਰ ਦ੍ਰਿਸ਼ਟੀ ਕੀਤੀ ਹੈ। ਖੁਸ਼ੀ ਕਰੀ ਸੰਗਤ ਲਖ ਪਿਆਰੀ। ਆਪਣੀ ਸੰਗਤ ਨੂੰ, ਪਿਆਰੀ ਸੰਗਤ ਨੂੰ ਖੁਸ਼ੀਆਂ ਦਿੱਤੀਆਂ ਹਨ, ਲੱਖ ਖੁਸ਼ੀਆਂ ਪਾਤਸ਼ਾਹੀਆਂ। ਜੇ ਸਤਿਗੁਰ ਨਦਰ ਕਰੇ
ਜੇ ਗੁਰੂ ਕਿਰਪਾ ਕਰ ਦੇਵੇ ਲੱਖਾਂ ਹੀ ਖੁਸ਼ੀਆਂ, ਪਾਤਸ਼ਾਹੀਆਂ, ਸਾਰੇ ਸੁੱਖ ਮਿਲ ਜਾਂਦੇ ਹਨ ਸੰਗਤ ਨੂੰ। ਜਿਨਕੇ ਹਿਰਦੈ ਪ੍ਰੇਮ ਨਹਿ ਥੋਰਾ। ਇਹੋ ਜਿਹੇ ਪ੍ਰੇਮੀ ਸਿੱਖ ਸਨ ਜਿਨ੍ਹਾਂ ਦੇ ਪ੍ਰੇਮ ਦੀ, ਜਿਨ੍ਹਾਂ ਦੀ ਸ਼ਰਧਾ ਭਗਤੀ ਦੀ ਕੋਈ ਹੱਦ ਨਹੀਂ ਸੀ। ਬਹੁਤ ਜ਼ਿਆਦਾ ਗੁਰੂ ਨਾਲ ਪ੍ਰੇਮ ਕਰਨ ਵਾਲੇ ਗੁਰਸਿੱਖ ਸਨ। ਬਾਰ ਬਾਰ ਭਿਖ ਸਭ ਕੀ ਔਰਾ। ਬਾਰ-ਬਾਰ ਗੁਰੂ ਸਾਹਿਬ ਆਪਣੇ ਸਿੱਖਾਂ ਵੱਲ ਵੇਖਿਆ ਹੈ। ਜਿਹਦੇ ਉੱਤੇ ਨਿਗਾਹ ਕੀਤੀ ਹੈ ਉਹਦੇ ਜਨਮਾਂ ਦੇ ਦੁੱਖ ਦੂਰ ਕਰ ਦਿੱਤੇ ਹਨ ਸਤਿਗੁਰੂ ਜੀ ਨੇ। ਬੂਝਿਓ ਬਹੁਰ ਮਸੰਦਨ ਸੰਗ। ਫਿਰ ਮਹਾਰਾਜ ਨੇ ਮਸੰਦਾਂ ਨੂੰ ਪੁੱਛਿਆ ਹੈ, ਕਹੋ ਸਕਲ ਜਸ ਪੰਥ ਪ੍ਰਸੰਗ। ਹਾਂ ਬਈ ਭਾਈ ਤਾਰਾ ਚੰਦ, ਭਾਈ ਬਖਤ ਮਲ ਬੜੀ ਦੂਰੋਂ ਚੱਲ ਕੇ ਆਏ ਹੋ ਅਫਗਾਨਿਸਤਾਨ ਵੱਲੋਂ, ਤੇ ਕਾਬਲ ਕੰਧਾਰ ਦੀਆਂ ਸੰਗਤਾਂ ਨੂੰ ਨਾਲ ਲੈ ਕੇ ਆਏ ਹੋ। ਰਸਤੇ 'ਚ ਸਭ ਠੀਕ ਰਿਹਾ ਹੈ, ਕੋਈ ਤੰਗੀ ਤਾਂ ਨਹੀਂ ਆਈ? ਰਸਤੇ ਦੀ ਸਾਰੀ ਵਾਰਤਾ ਸਾਨੂੰ ਸੁਣਾਓ। ਕੌਣ ਦੇਸ਼ ਕੋ ਚੱਲ ਕਰ ਆਏ। ਕਿਹੜੇ ਕਿਹੜੇ ਦੇਸ਼ਾਂ ਤੋਂ ਚੱਲ ਕੇ ਆਏ ਹੋ। ਸ਼੍ਰੀ ਅੰਮ੍ਰਿਤਸਰ ਕੋ ਦਰਸਾਏ। ਰਸਤੇ ਵਿੱਚ ਸ੍ਰੀ ਅੰਮ੍ਰਿਤਸਰ ਦੇ ਵੀ ਦਰਸ਼ਨ ਕੀਤੇ ਕਿ ਨਹੀਂ ਕੀਤੇ? ਕਿਉਂਕਿ ਗੁਰੂ ਸਾਹਿਬ ਜੀ ਅੰਮ੍ਰਿਤਸਰ ਤੋਂ ਆਇਆ ਕਾਫੀ ਸਮਾਂ ਹੋ ਚੁੱਕਾ ਸੀ, ਇਸ ਕਰਕੇ ਸ੍ਰੀ ਅੰਮ੍ਰਿਤਸਰ ਦਾ ਹਾਲ ਚਾਲ ਵੀ ਪੁੱਛਣਾ ਚਾਹੁੰਦੇ ਆ ਵੀ ਤੁਸੀਂ ਉੱਥੋਂ ਆਏ ਹੋ, ਭਾਈ ਦੱਸੋ ਰਸਤੇ 'ਚ ਕੋਈ ਤੰਗੀ ਤਾਂ ਨਹੀਂ ਆਈ? ਹਾਂਜੀ। ਕਿਦਾ ਅਪਰ ਹੀ ਮਾਰਗ ਆਏ। ਤੁਸੀਂ ਸਿੱਧੇ ਰਾਹ ਆਏ ਹੋ ਕਿ ਹੋਰ ਕਿਸੇ ਥਾਣੀ, ਹੋਰ ਰਸਤੇ ਥਾਣੀ ਆਏ ਹੋ? ਤੁਮ ਤੇ ਸੁਧ ਚਾਹਤ ਹੈ ਪਾਏ। ਅਸੀਂ ਤੁਹਾਡੇ ਕੋਲੋਂ ਰਸਤੇ ਦੀ, ਖਾਸ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਖਬਰ ਲੈਣੀ ਚਾਹੁੰਦੇ ਹਾਂ। ਸਨਤ ਬਖਤ ਮਲ ਤਾਰਾ ਚੰਦ। ਸਤਿਗੁਰੂ ਜੀ ਦੀ ਰਸਨਾ ਤੋਂ ਇਹ ਪ੍ਰਸ਼ਨ ਸੁਣ ਕੇ ਭਾਈ ਤਾਰਾ ਚੰਦ, ਭਾਈ ਬਖਤ ਮਲ ਜੀ ਹੱਥ ਜੋੜ ਕੇ ਬੇਨਤੀ ਕਰਦੇ ਹਨ। ਦੋਂਦ ਮਸੰਦ ਕਹਿਤ ਕਰ ਬੰਦ। ਦੋਵੇਂ ਮਸੰਦ ਹੱਥ ਜੋੜ ਕੇ ਕਹਿਣ ਲੱਗੇ, ਕਿਰਪਾ ਨਿਦਾਨ ਸੁਨ ਜੀ ਅਰਜੀ। ਹੇ ਸੱਚੇ ਪਾਤਸ਼ਾਹ ਜੀ, ਹੇ ਗਰੀਬ ਨਵਾਜ ਸਤਿਗੁਰੂ ਜੀ, ਆਪ ਜੀ ਦੇ ਚਰਨਾਂ 'ਚ ਬੇਨਤੀ ਹੈ। ਭਾਈ ਜਥਾ ਸਭ ਸੰਗਤ ਮਰਜੀ। ਜਿਵੇਂ ਸੰਗਤ ਦੀ ਮਰਜ਼ੀ ਹੋਈ ਹੈ, ਸੰਗਤ ਦੇ ਗੁਰਮਤੇ ਨਾਲ ਹੀ ਅਸੀਂ ਆਏ ਹਾਂ ਇਕੱਠੇ ਹੋ ਕੇ। ਸੁਦੇ ਮਗਲਬਪੁਰ ਕੋ ਆਏ। ਚਲਦੇ ਚਲਦੇ ਲਾਹੌਰ ਆਏ ਹਾਂ ਮਹਾਰਾਜ। ਅਸੀਂ ਕਾਬਲ ਵੱਲੋਂ ਗੁਰੂ ਮਹਾਰਾਜ ਵਾਸਤੇ ਵਧੀਆ ਭੇਟਾਵਾਂ, ਸ਼ਸਤਰ ਬਸਤਰ, ਘੋੜੇ ਆਦਿਕ ਲੈ ਕੇ ਆਏ ਹਾਂ। ਅਟਤ ਚਾਹਤ ਅੰਮ੍ਰਿਤਸਰ ਜਾਏ। ਜਾਂਦੇ ਵਾਪਸ ਅਸੀਂ ਅੰਮ੍ਰਿਤਸਰ ਦਰਸ਼ਨ ਕਰਨੇ ਹਨ। ਰਾਵਰ ਕੋ ਦਰਸ਼ਨ ਬਹੁ ਚਾਹਾ। ਆਪ ਜੀ ਦੇ ਦਰਸ਼ਨਾਂ ਦੀ ਜ਼ਿਆਦਾ ਇੱਛਾ ਸੀ, ਇਸ ਕਰਕੇ ਸਿੱਧੇ ਲਾਹੌਰ ਤੋਂ ਤੁਹਾਡੇ ਕੋਲ ਹੀ ਆਏ ਹਾਂ। ਇਸੀ ਹੇਤ ਪੂਰਬ ਤੁਮ ਪਾਹਾ। ਪਹਿਲਾਂ ਤੁਹਾਡੇ ਕੋਲ ਆਏ ਹਾਂ, ਆਪ ਜੀ ਦੇ ਦਰਸ਼ਨ ਕੀਤੇ ਨੇ। ਵਾਪਸੀ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰਕੇ ਜਾਵਾਂਗੇ। ਇਤਿਆਦਿਕ ਪ੍ਰਸੰਗ ਮਗ ਕੇਰਾ। ਇਸ ਤਰ੍ਹਾਂ ਦੇ ਬਚਨ ਮਹਾਰਾਜ ਦੇ ਨਾਲ ਭਾਈ ਤਾਰਾ ਚੰਦ ਬਖਤ ਮਲ ਜੀ ਨੇ ਕੀਤੇ। ਸੁਨ ਬੋਲੇ ਸਤਿਗੁਰ ਤਿਸ ਬੇਰਾ। ਤੇ ਸਤਿਗੁਰੂ ਪਾਤਸ਼ਾਹ ਜਾਣੀ ਜਾਣ ਚੋਜੀ ਪ੍ਰੀਤਮ ਇਉਂ ਬੋਲੇ ਹਨ। ਲਵਪੁਰ ਸ਼ਾਹ ਜਹਾਂ ਕੀ ਬਾਤ। ਸੁਣਾਓ ਲਾਹੌਰ ਦਾ ਕੀ ਹਾਲ ਹੈ। ਸ਼ਾਹਜਹਾਨ ਬਾਦਸ਼ਾਹ ਸੁਣਿਆ ਲਾਹੌਰ ਬੈਠਾ ਹੈ। ਅੱਜ ਕੱਲ੍ਹ ਜਦੋਂ ਬਾਦਸ਼ਾਹ ਲਾਹੌਰ 'ਚ ਹੁੰਦਾ ਨਾ, ਉੱਥੇ ਜ਼ਿਆਦਾ ਗਹਿਮਾ ਗਹਿਮੀ ਹੁੰਦੀ ਹੈ, ਜ਼ਿਆਦਾ ਹਲਚਲ ਹੁੰਦੀ ਹੈ, ਫੌਜਾਂ ਵੀ ਹੁੰਦੀਆਂ ਨੇ, ਤੇ ਰਿਆਸਤੀ ਪ੍ਰਬੰਧ ਵੀ ਪੰਜਾਬ ਦੇ ਬਾਦਸ਼ਾਹ ਦੇਖਦਾ ਹੈ। ਇਸ ਕਰਕੇ ਲਾਹੌਰ ਦੀ ਕੋਈ ਗੱਲ ਸੁਣਾਓ। ਇਹ ਚੋਜੀ ਸਤਿਗੁਰਾਂ ਦਾ ਚੋਜ ਹੈ, ਕਿਉਂਕਿ ਚੋਜੀ ਮੇਰੇ ਗੋਬਿੰਦਾ, ਚੋਜੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ ਚੋਜੀ ਜੀਓ। ਜਿਹੜਾ ਆਉਣ ਵਾਲੇ ਸਮੇਂ 'ਚ ਜੰਗ ਯੁੱਧ ਦਾ ਕੌਤਕ ਕਰਨਾ ਹੈ, ਉਹਦੀ ਭੂਮਿਕਾ ਬੰਨਣ ਲੱਗੇ ਆ ਸੱਚੇ ਪਾਤਸ਼ਾਹ। ਹਾਂਜੀ। ਕਿਮ ਦੇਖੀ ਕਹਿ ਬਖਿਆਤ। ਸੁਣਾਓ ਬਈ ਤਾਰਾ ਚੰਦ ਬਖਤ ਮਲ ਸਿੱਖੋ, ਲਾਹੌਰ ਵਿੱਚ ਬਾਦਸ਼ਾਹ ਦਾ ਕੀ ਹਾਲ ਚਾਲ ਵੇਖਿਆ, ਕਿਹੋ ਜਿਹੀ ਹਰਕਤਾਂ ਵੇਖੀਆਂ ਨੇ, ਕਿਹੋ ਜਿਹਾ ਮਾਹੌਲ ਵੇਖ ਕੇ ਆਏ ਹੋ, ਸਾਨੂੰ ਦੱਸੋ ਜਰਾ। ਕਿਤਕ ਬਾਹਨੀ ਬਾਹਰ ਪਰੀ। ਕਿੰਨੀ ਕੁ ਫੌਜ ਬਾਦਸ਼ਾਹ ਦੇ ਨਾਲ ਆਈ ਹੋਈ ਹੈ, ਕਿੰਨੀ ਕੁ ਫੌਜ ਬਾਹਰ ਲਾਹੌਰ ਤੋਂ ਬੈਠੀ ਹੋਈ ਹੈ। ਕੇਤਕ ਤੀਰ ਬਿਲੋਕਨ ਕਰੀ। ਕਿੰਨੀ ਕੁ ਫੌਜ ਨੇੜੇ ਹੈ ਬਾਦਸ਼ਾਹ ਦੇ ਤੇ ਕਿੰਨੀ ਕੁ ਦੂਰ ਹੈ। ਜਗਲ ਮਸੰਦ ਕਹਿਨ ਪੁਨ ਲਾਗੇ। ਦੋਵੇਂ ਮਸੰਦ ਹੱਥ ਜੋੜ ਕੇ ਕਹਿਣ ਲੱਗੇ, ਜਥਾ ਪਖੀਸੋ ਕਹਿਤਮ ਆਗੇ। ਹੇ ਸੱਚੇ ਪਾਤਸ਼ਾਹ ਜੀ, ਜੋ ਅਸੀਂ ਲਾਹੌਰ 'ਚ ਦੇਖਿਆ ਹੈ ਉਹ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ।
ਜਿਸ ਦਿਨ ਹਮ ਲਵਪੁਰ ਮਹਿ ਆਏ, ਮਹਾਰਾਜ ਜਿਸ ਦਿਨ ਅਸੀਂ ਲਾਹੌਰ ਆਏ ਸੀ, ਡੇਰਾ ਕੀਨ ਦੇਖ ਸ਼ਬ ਥਾਏ। ਲਾਹੌਰ ਦੇ ਵਿੱਚ ਸੋਹਣੀ ਥਾਂ ਵੇਖ ਕੇ ਅਸੀਂ ਡੇਰਾ ਕੀਤਾ, ਜਿੱਥੇ ਰਾਤ ਕੱਟ ਸਕੀਏ। ਲਾਹੌਰ ਸ਼ਹਿਰ ਵੀ ਦੇਖ ਚੱਲਾਂਗੇ ਤੇ ਲਾਹੌਰ ਦੇ ਸਿੱਖਾਂ ਨੂੰ ਵੀ ਮਿਲ ਲਵਾਂਗੇ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਿਓਰੇ ਦੇ ਵੀ ਦਰਸ਼ਨ ਕਰ ਲਾਂਗੇ। ਇਉਂ ਸੋਚ ਕੇ ਅਸੀਂ 1-2 ਰਾਤਾਂ ਲਈ ਲਾਹੌਰ ਡੇਰਾ ਕੀਤਾ। ਤੁਰਕਨ ਤੇ ਹਮ ਤਬ ਹੂੰ ਸੁਨਿਓ, ਤੁਰਕਾਂ ਤੋਂ ਅਸੀਂ ਸੁਣਿਆ ਬਾਦਸ਼ਾਹ ਦੀਆਂ ਫੌਜਾਂ ਦੇ ਬਾਰੇ, ਬਾਦਸ਼ਾਹ ਦੇ ਬਾਰੇ, ਹੈ ਬਕਰੀਦ ਪ੍ਰਾਤ ਕੋ ਭਨਿਓ। ਕਿ ਕੱਲ ਬਕਰੀਦ ਹੈ। ਮੁਸਲਮਾਨਾਂ ਵਿੱਚ ਇੱਕ ਬਕਰੀਦ ਹੁੰਦੀ ਹੈ, ਇੱਕ ਈਦ ਹੁੰਦੀ ਹੈ। ਜਿਹੜੀ ਬਕਰੀਦ ਹੁੰਦੀ ਹੈ ਉਹ ਗਊ ਦਾ ਆਪਾਂ ਤਾਂ ਬੱਕਰਾ ਕਹਿੰਦੇ ਹਾਂ ਸਾਧ ਸੰਗਤ ਜੀ, ਜਿਹੜੀ ਬੱਕਰੀਆਂ ਬੱਕਰੇ ਹੁੰਦੇ ਪੰਜਾਬ ਵਿੱਚ, ਪਰ ਅਰਬੀ ਭਾਸ਼ਾ 'ਚ ਬਕਰਾ ਕਹਿੰਦੇ ਨੇ ਗਊ ਨੂੰ। ਬਕਰੀਦ ਗਊ ਮਾਰਦੇ ਨੇ, ਗਊ ਦੀ ਹੱਤਿਆ ਕਰਦੇ ਨੇ। ਜਿਵੇਂ ਬਾਣੀ 'ਚ ਵੀ ਆਉਂਦਾ ਨਾ, ਜਾ ਕੇ ਈਦ ਬਕਰੀਦ ਕੁੱਲ ਗਊ ਰੇ ਵੱਧ ਕਰ ਹੈ, ਮਾਨੀਏ ਸ਼ੇਖ ਸ਼ਹੀਦ ਪੀਰਾ। ਸੋ ਤੁਰਕਾਂ ਦੀ ਬਕਰੀਦ ਹੈ। ਕੱਲ ਨੂੰ ਇਹ ਪਤਾ ਲੱਗਾ ਸ਼ਾਹ ਜਹਾਨਿਕ ਸਹ ਗੋ ਬਾਹਰ, ਬਾਦਸ਼ਾਹ ਕੱਲ ਆਪਣਾ ਜਲੂਸ ਲੈ ਕੇ ਨਿਕਲੇਗਾ, ਜਲਵਾ ਫਰੋਸ਼ ਹੋਵੇਗਾ। ਹਾਥੀਆਂ ਘੋੜਿਆਂ ਤੇ ਬਹਿ ਕੇ, ਪਾਲਕੀਆਂ ਵਿੱਚ ਬਹਿ ਕੇ ਆਪਣੀਆਂ ਫੌਜਾਂ ਆਪਣੇ ਦਰਬਾਰੀਆਂ ਸਮੇਤ ਲਾਹੌਰ ਬਾਜ਼ਾਰ ਵਿੱਚ ਬਾਦਸ਼ਾਹ ਜਲਵਾ ਦਿਖਾਏਗਾ। ਕਰਹਿ ਨਿਵਾਜ ਸਭਨ ਮਹਿ ਜਾਹਰ, ਔਰ ਬਕਰੀਦ ਦੀ ਨਮਾਜ਼ ਇਕੱਠੇ ਹੋ ਕੇ ਮੁਸਲਮਾਨ ਪੜ੍ਹਨਗੇ। ਬਾਦਸ਼ਾਹ ਉਹਨਾਂ ਦੇ ਨਮਾਜ਼ੀਆਂ ਦੇ ਵਿੱਚ ਜਾ ਕੇ ਸ਼ਾਮਲ ਹੋਵੇਗਾ। ਬ੍ਰਿੰਦ ਗ੍ਰਾਮ ਕੇ ਨਰ ਸਮੁਦਾਏ, ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਸ਼ਹਿਰਾਂ ਦੇ ਲੋਕ ਬਾਦਸ਼ਾਹ ਦੇ ਨਾਲ ਨਮਾਜ਼ ਪੜ੍ਹਨ ਲਈ, ਬਕਰੀਦ ਦੀ ਨਮਾਜ਼ ਵਿੱਚ ਸ਼ਾਮਲ ਹੋਣ ਲਈ ਲਾਹੌਰ ਆਏ ਹੋਏ ਨੇ। ਸ਼ਾਹ ਬਿਲੋਕਨ ਕੇ ਹਿਤ ਆਏ, ਬਾਦਸ਼ਾਹ ਨੇ ਜਲਵਾ ਫਰੋਸ਼ ਹੋਣਾ ਹੈ, ਬਾਦਸ਼ਾਹ ਨੇ ਦਰਸ਼ਨ ਦੇਣੇ ਹਨ। ਬਾਦਸ਼ਾਹ ਦੇ ਦਰਸ਼ਨ ਕਰਨ ਲਈ, ਉਹਦਾ ਜਲੂਸ ਵੇਖਣ ਲਈ ਪਿੰਡਾਂ ਦੇ ਸ਼ਹਿਰਾਂ ਦੇ ਨੇੜੇ ਤੇੜੇ ਦੇ ਮਾਝੇ ਮਾਲਵੇ ਦੇ ਲੋਕ ਬਹੁਤ ਆਏ ਹੋਏ ਹਨ। ਤਬ ਸੁਨ ਕੇ ਸੰਗਤ ਕਹਿ ਬਾਤ, ਸਾਧ ਸੰਗਤ ਜੀ ਗੁਰੂ ਕੀ ਸੰਗਤ ਨੇ ਮਹਾਰਾਜ ਨੂੰ ਦੱਸ ਰਹੇ ਨੇ, ਭਾਈ ਤਾਰਾ ਚੰਦ ਬਖਤਮਾਲ ਕਹਿੰਦੇ, ਜਦੋਂ ਅਸੀਂ ਸੁਣਿਆ, ਸੰਗਤ ਨੇ ਸੁਣਿਆ ਵੀ ਕੱਲ ਬਕਰੀਦ ਹੈ ਤੇ ਬਾਦਸ਼ਾਹ ਜਲੂਸ ਵਿੱਚ ਸ਼ਾਮਲ ਹੋਵੇਗਾ। ਨਿਕਸਤ ਸ਼ਾਹ ਨਿਹਾਰ ਪ੍ਰਾਤ, ਕਹਿੰਦੇ ਬੜੀ ਦੂਰੋਂ ਆਏ ਆ, ਕਾਬਲ ਤੋਂ। ਇੱਕ ਦਿਨ ਦੀ ਗੱਲ ਹੈ, ਕੱਲ ਰੁਕ ਜਾਂਦੇ ਆ ਲਾਹੌਰ, ਨਾਲੇ ਬਾਦਸ਼ਾਹ ਵੇਖ ਲਾਂਗੇ ਹਿੰਦੁਸਤਾਨ ਦਾ ਕਿਹੋ ਜਿਹਾ ਹੈ ਸ਼ਾਹਜਹਾਨ। ਉਹਨਾਂ ਦਿਨਾਂ 'ਚ ਟੈਲੀਵਿਜ਼ਨ ਅਖਬਾਰਾਂ ਤਾਂ ਹੁੰਦੀਆਂ ਨਹੀਂ ਸੀ, ਹਰ ਬੰਦੇ ਨੂੰ ਬਾਦਸ਼ਾਹ ਦੀ ਸ਼ਕਲ ਦਾ ਨਹੀਂ ਸੀ ਪਤਾ ਹੁੰਦਾ। ਜਿਹੜੇ ਦੇਖਣਾ ਚਾਹੁੰਦੇ ਸੀ ਜਲੂਸਾਂ ਵਿੱਚ ਜਾ ਕੇ, ਜਦੋਂ ਬਾਦਸ਼ਾਹ ਜਲੂਸ ਕੱਢਦਾ ਸੀ, ਜਲਵਾ ਫਰੋਸ਼ ਹੁੰਦਾ ਸੀ, ਉਦੋਂ ਹੀ ਦੇਖਦੇ ਸਨ। ਕੱਲ ਨੂੰ ਬਾਦਸ਼ਾਹ ਨੇ ਜਲਵਾ ਫਰੋਸ਼ ਹੋਣਾ ਹੈ, ਜਲੂਸ ਦੇ ਵਿੱਚ ਦਰਸ਼ਨ ਦੇਣੇ ਹੈ। ਅਸੀਂ ਚੱਲ ਕੇ ਬਾਦਸ਼ਾਹ ਦੇ ਦਰਸ਼ਨ ਕਰ ਲਈਏ। ਪੁਰ ਮਹਿ ਬਸ ਕਰ ਨਿਸਾ ਬਿਤਾਈ, ਔਰ ਸਾਧ ਸੰਗਤ ਜੀ ਸਿੱਖਾਂ ਨੇ ਲਾਹੌਰ ਹੀ ਡੇਰਾ ਲਾ ਲਿਆ, ਰਾਤ ਉੱਥੇ ਹੀ ਕੱਟੀ ਹੈ। ਜਾਗੇ ਸਗਲ ਪੋਰ ਹੋਏ ਆਈ, ਫਿਰ ਅਗਲਾ ਦਿਨ ਸਵੇਰਾ ਹੋਇਆ, ਜਾ ਕੇ ਇਸ਼ਨਾਨ ਪਾਣੀ ਕੀਤੇ, ਨਿਤਨੇਮ ਕੀਤੇ ਸਿੱਖਾਂ ਨੇ। ਸਮਾ ਪਇਓ ਨਿਕਸਨ ਕੋ ਸ਼ਾਹੂ, ਉਧਰੋਂ ਬਾਦਸ਼ਾਹ ਦੇ ਜਲਵਾ ਫਰੋਸ਼ ਹੋਣ ਦਾ, ਜਲੂਸ ਦਾ ਟਾਈਮ ਹੋ ਗਿਆ। ਜਦੋਂ ਬਾਦਸ਼ਾਹ ਵਾਜਿਆਂ ਗਾਜਿਆਂ ਨਾਲ, ਹਾਥੀਆਂ ਘੋੜਿਆਂ ਤੇ ਬੜੀਆਂ ਤਗੜੀਆਂ ਫੌਜਾਂ, ਬੜੇ ਹਥਿਆਰ, ਬੜੇ ਜਾਹੋ ਜਲਾਲ ਦੇ ਨਾਲ ਨਿਕਲਿਆ। ਲੋਕ ਹਜ਼ਾਰੋਂ ਮਿਲੇ ਉਮਾਹੂ, ਹਜ਼ਾਰਾਂ ਲੋਕ ਬਾਜ਼ਾਰਾਂ ਵਿੱਚ, ਲਾਹੌਰ ਦੇ ਅਨਾਰਕਲੀ ਬਾਜ਼ਾਰ ਵਿੱਚ ਦੋਵਾਂ ਪਾਸਿਆਂ ਵਿੱਚ ਖੜੇ ਹਨ। ਦੇਖਦੇ ਹਨ ਵੀ ਬਾਦਸ਼ਾਹ ਆਵੇਗਾ, ਬਾਦਸ਼ਾਹ ਦਾ ਜਲੂਸ ਆ ਰਿਹਾ, ਦੇਖਣ ਵਾਸਤੇ ਖੜੇ ਹਨ। ਸੁੰਦਰ ਤੁੰਗ ਮਤੰਗ ਸੰਗਾਰੇ, ਵੱਡੇ ਵੱਡੇ ਬੜੇ ਸੋਹਣੇ ਉੱਚੇ ਹਾਥੀ, ਜਿਨ੍ਹਾਂ ਉੱਤੇ ਸੋਨੇ ਦੇ ਹੌਦੇ ਪਾਏ, ਚਾਂਦੀ ਦੀਆਂ ਅੰਬਾਰੀਆਂ ਪਾਈਆਂ ਹੋਈਆਂ, ਬੜੀਆਂ ਸੋਹਣੀਆਂ ਸੁਨਹਿਰੀ ਝੁੱਲਾਂ ਪਾਈਆਂ, ਗਲਾਂ ਵਿੱਚ ਬੜੇ ਸੋਹਣੇ ਘੰਟੇ ਖੜਕਦੇ ਹਨ। ਕੰਚਨ ਜਰਤ ਸ਼੍ਰਿੰਖਲਾ ਡਾਰੇ, ਔਰ ਸੋਨੇ ਦੀਆਂ ਜੰਜੀਰਾਂ ਗਲ ਵਿੱਚ ਪਾਈਆਂ। ਬਾਦਸ਼ਾਹ ਦੇ ਹਾਥੀ ਜੋ ਹਨ, ਪੂਰਾ ਉਹਨਾਂ ਦਾ ਜਾਹੋ ਜਲਾਲ,
ਬਹੁਤ ਵੱਡਾ ਜਲਵਾ ਹੈ। ਝਾਲਰ ਜਰੀ ਝੂਰ ਚਮਕੰਤ, ਆ ਜਰੀਦਾਰ ਝਾਲਰਾਂ ਨੇ ਝੁੱਲਾਂ ਪਾਈਆਂ ਉੱਤੇ, ਉਹ ਝਲ ਝਲ ਕਰਦੀਆਂ ਲਿਸ਼ਕਦੀਆਂ ਨੇ। ਹੌਦਾ ਅੰਬਾਰੀ ਦਮਕੰਤ, ਕਹਿੰਦੇ ਅੰਬਾਰੀਆਂ ਤੇ ਹੌਦੇ ਦਮਕਾ ਮਾਰਦੇ ਨੇ। ਗਜ ਗਾਹਨ ਜਿਨ ਕੇ ਲਟਕੰਤੀ, ਕਹਿੰਦੇ ਗਜਗਾਹਾਂ ਲਟਕਦੀਆਂ ਨੇ ਉਹਨਾਂ ਹਾਥੀਆਂ ਦੇ ਗਲਾਂ ਵਿੱਚ। ਰੇਸ਼ਮ ਕੀ ਡੋਰਾ ਦੁਤਵੰਤੀ, ਤੇ ਰੇਸ਼ਮ ਦੀਆਂ ਡੋਰਾਂ ਦਮਕਦਾ ਮਾਰਦੀਆਂ ਨੇ। ਗਿਣਤੀ ਕੁਛ ਨਾ ਚਮੂ ਕੀ ਆਈ, ਬਾਦਸ਼ਾਹ ਦੀ ਫੌਜ ਕਿੰਨੀ ਹੈ, ਉਹਦੀ ਕੋਈ ਗਿਣਤੀ ਕੋਈ ਨਹੀਂ। ਬੇਸ਼ੁਮਾਰ ਫੌਜਾਂ ਦੇ ਨਾਲ ਨਿਕਲਿਆ ਹੈ ਬਾਦਸ਼ਾਹ। ਇਤ ਉਤ ਤੇ ਬਹੁਤੀ ਉਮਡਾਈ, ਇਧਰੋਂ ਉਧਰੋਂ ਸੱਜੇ ਖੱਬੇ ਬਹੁਤ ਸਾਰੀ ਫੌਜ ਲੈ ਕੇ ਆਇਆ ਹੈ। ਬਹਰ ਸ਼ਾਹ ਕੇ ਕੋਤਲ ਆਏ, ਕਹਿੰਦੇ ਬਾਦਸ਼ਾਹ ਦੇ ਫਿਰ ਕੋਤਲ ਘੋੜੇ ਆਏ, ਬਹੁਤ ਸੋਹਣੀ ਕਿਸਮ ਦੇ ਚੰਗੀਆਂ ਨਸਲਾਂ ਦੇ ਘੋੜੇ। ਕੋਤਲ ਘੋੜੇ ਉਹ ਹੁੰਦੇ ਨੇ ਜਿਨ੍ਹਾਂ ਉੱਤੇ ਕਾਠੀਆਂ ਪਾਈਆਂ ਹੁੰਦੀਆਂ, ਸਵਾਰ ਉੱਤੇ ਨਹੀਂ ਬੈਠਾ ਹੁੰਦਾ, ਖਾਲੀ ਹੁੰਦੇ। ਕਾਠੀਆਂ ਬੜੀਆਂ ਸੋਨੇ ਦੀਆਂ ਪਾਈਆਂ, ਲਗਾਮਾਂ ਬੜੀਆਂ ਸੋਹਣੀਆਂ, ਰਕਾਬਾਂ ਚਾਂਦੀ ਦੀਆਂ ਪਾਈਆਂ ਹੋਈਆਂ, ਬਾਹਲੀਆਂ ਹੀ ਮਹਿੰਗੀਆਂ ਉਹਨਾਂ ਦੀਆਂ ਰਕਾਬਾਂ, ਮਹਿੰਗੀਆਂ ਲਗਾਮਾਂ, ਮਹਿੰਗੀਆਂ ਕਾਠੀਆਂ। ਘੋੜੇ ਬਹੁਤ ਸੋਹਣੇ, ਪਿੰਡੇ ਤੇ ਮੱਖੀ ਬਹਿਵੇ ਤਿਲਕ ਜਾਵੇ, ਇੰਨੇ ਸੋਹਣੇ ਸ਼ਿੰਗਾਰੇ ਹੋਏ ਘੋੜੇ ਆਏ ਬਾਦਸ਼ਾਹ ਦੇ। ਰੇਸ਼ਮ ਜਰੀ ਡੋਰ ਡਰਿਆਏ, ਕਹਿੰਦੇ ਰੇਸ਼ਮ ਦੀਆਂ ਤੇ ਜਰੀ ਦੀਆਂ ਡੋਰਾਂ ਗਲ 'ਚ ਪਾਈਆਂ ਤੇ ਲਗਾਮਾਂ ਫੜੀਆਂ ਹੋਈਆਂ ਉਹਨਾਂ ਦੀਆਂ ਸਿਪਾਹੀਆਂ ਨੇ, ਅੱਗੋਂ ਦੀ ਖਾਲੀ ਨੇ, ਉੱਤੇ ਕੋਈ ਸਵਾਰ ਕੋਈ ਨਹੀਂ। ਲੋਕਾਂ ਨੂੰ ਇਹ ਦੱਸਣ ਲਈ ਵੀ ਇਹ ਬਾਦਸ਼ਾਹ ਦੇ ਘੋੜੇ ਨੇ, ਇੱਕ ਦੋ ਘੋੜੇ ਥੋੜ੍ਹਾ ਨੇ, ਬਹੁਤ ਘੋੜੇ ਨੇ, ਵੱਖਰੇ ਵੱਖਰੇ ਸ਼ਿੰਗਾਰੇ ਹੋਏ ਨੇ। ਬਾਦਸ਼ਾਹ ਹੁਣ ਸਾਰਿਆਂ 'ਤੇ ਤਾਂ ਇੱਕ ਟਾਈਮ 'ਤੇ ਬਹਿ ਨਹੀਂ ਸਕਦਾ, ਜਲੂਸ ਦੇ ਵਿੱਚ ਉਹ ਘੋੜੇ ਉੱਦਾਂ ਹੀ ਕੱਢੇ ਜਾਂਦੇ, ਕੋਤਲ ਘੋੜੇ ਕਹਿੰਦੇ ਉਹਨਾਂ ਨੂੰ। ਜਿਵੇਂ ਅੱਜ ਵੀ ਹੋਲੇ ਮਹੱਲੇ 'ਤੇ ਸ੍ਰੀ ਅਨੰਦਪੁਰ ਸਾਹਿਬ ਔਰ ਸ੍ਰੀ ਹਜ਼ੂਰ ਸਾਹਿਬ ਸਾਧ ਸੰਗਤ ਜੀ, ਸ੍ਰੀ ਕਲਗੀਧਰ ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਸਵਾਰੀ ਦੇ ਘੋੜੇ ਅੱਗੇ ਤੋਰੇ ਜਾਂਦੇ, ਉਹਨਾਂ ਉੱਤੇ ਕੋਈ ਸਵਾਰੀ ਨਹੀਂ ਕਰ ਸਕਦਾ। ਉਹਨਾਂ ਘੋੜਿਆਂ ਨੂੰ ਬੜੇ ਸੋਹਣੇ ਢੰਗ ਨਾਲ ਸੁਨਹਿਰੀ ਕਾਠੀਆਂ ਪਾ ਕੇ, ਸੋਹਣੀਆਂ ਝੁੱਲਾਂ ਪਾ ਕੇ, ਜਦੋਂ ਸ੍ਰੀ ਅਨੰਦਪੁਰ ਸਾਹਿਬ ਹੋਲਾ ਮਹੱਲਾ ਹੁੰਦਾ, ਬੁੱਢੇ ਦਲ ਦੇ ਸਿੰਘ ਨਿਸ਼ਾਨਾ ਨਗਾਰਿਆਂ ਦੇ ਨਾਲ ਜਦੋਂ ਨਿਕਲਦੇ ਨੇ, ਸਭ ਤੋਂ ਅੱਗੇ ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਸਵਾਰੀ ਦਾ ਘੋੜਾ ਹੁੰਦਾ, ਪਿੱਛੇ ਜਥੇਦਾਰ ਦਾ, ਉਸ ਤੋਂ ਬਾਅਦ ਫਿਰ ਫੌਜਾਂ ਹੁੰਦੀਆਂ। ਇਸੇ ਤਰ੍ਹਾਂ ਹੀ ਹਜ਼ੂਰ ਸਾਹਿਬ ਵੀ ਮਰਜ਼ਾਦਾ ਹੈ, ਇਹਨੂੰ ਕੋਤਲ ਘੋੜੇ ਕਹਿੰਦੇ ਆ, ਬਾਦਸ਼ਾਹ ਦੀ ਸਵਾਰੀ ਦਾ ਪ੍ਰਤੀਕ ਹੁੰਦੇ। ਸੋ ਇਹ ਬਾਦਸ਼ਾਹ ਸ਼ਾਹਜਹਾਨ ਜਦੋਂ ਨਿਕਲਿਆ, ਜਲਵਾ ਫਰੋਸ਼ ਹੋਇਆ, ਉਹਦੇ ਕੋਤਲ ਘੋੜੇ ਬਿਨਾਂ ਸਵਾਰੀ, ਉੱਤੇ ਕੋਈ ਸਵਾਰ ਨਹੀਂ ਬੈਠਾ ਹੋਇਆ, ਕਾਠੀਆਂ ਪਾਈਆਂ ਹੋਈਆਂ, ਤੇ ਉਹ ਜਲੂਸ ਦੇ ਵਿੱਚ ਨਿਕਲੇ ਹਨ। ਜੀਨ ਅਨੇਕ ਭਾਂਤ ਕੋ ਸੋਹੈ, ਕਾਠੀਆਂ ਬਹੁਤ ਸੋਹਣੀਆਂ ਉੱਤੇ ਪਾਈਆਂ ਹੋਈਆਂ, ਹੀਰੇ ਮੋਤੀ ਜੜੇ ਹੋਏ ਨੇ। ਰਤਨ ਖਚਤ ਦਮਕਤ ਮਨ ਮੋਹੈ, ਸੋਨੇ ਦੀਆਂ ਕਾਠੀਆਂ ਵਿੱਚ ਰਤਨ ਜੜੇ, ਕਿਸੇ ਦੇ ਸਬਜ਼ੇ ਪੰਨੇ ਨੀਲਮ ਜੜੇ ਹੋਏ ਨੇ, ਹੀਰੇ ਜੜੇ ਹੋਏ ਨੇ। ਚਾਮੀ ਕਰਕੇ ਚਮਕਤ ਚਾਰੂ, ਔਰ ਸੋਨੇ ਦੀਆਂ ਕਾਠੀਆਂ, ਸੋਨੇ ਦੇ ਹੌਦੇ, ਸੋਨੇ ਦੀਆਂ ਹਮੇਲਾਂ ਗਲਾਂ ਵਿੱਚ ਚਮਕਦੀਆਂ ਨੇ। ਬਲੀ ਚਪਲ ਤਨ ਪੀਨ ਉਦਾਰੂ, ਬੜੇ ਬਲੀ ਚੰਚਲ ਘੋੜੇ ਹਨ, ਸਰੀਰ ਬੜੇ ਪਲੇ ਹੋਏ ਉਹਨਾਂ ਦੇ, ਤੇ ਸਾਧੇ ਹੋਏ, ਮਾਲਸ਼ਾਂ ਕਰ ਕਰਕੇ ਨਾ। ਪਿੰਡੇ ਦੇ ਉੱਤੇ ਸਾਧ ਸੰਗਤ ਜੀ ਘੋੜੇ ਦੀ ਮਾਲਿਸ਼ ਹੋਈ ਹੋਵੇ, ਇਹੋ ਜਿਹਾ ਲਿਸ਼ਕਦਾ ਹੈ ਨਾ ਫਿਰ ਵੀ ਉੱਤੇ ਜੇ ਮੱਖੀ ਬਹਿ ਜਾਏ ਤੇ ਉਹ ਤਿਲਕ ਜਾਵੇ, ਇੰਨੀ ਜ਼ਿਆਦਾ ਉਹਨਾਂ ਦੀ ਸਰੀਰ ਦੀ ਫੁਰਤੀ ਹੁੰਦੀ ਹੈ। ਹਾਂਜੀ, ਥਈ ਥਈ ਕਰ ਨਚ ਥਲ ਚਾਲਤ, ਥਈ ਥਈ ਕਰਦੇ ਧਰਤੀ ਤੇ ਪੈਰ ਨਹੀਂ ਲੱਗਣ ਦਿੰਦੇ, ਨੱਚਦੇ ਹਨ ਘੋੜੇ। ਜਿਵੇਂ ਕੋਈ ਨਚਾਰ ਨੱਚ ਰਿਹਾ ਹੋਵੇ ਨਾ, ਡਾਂਸ ਕਰਦੇ, ਪੈਰ ਧਰਤੀ ਤੇ ਨਹੀਂ ਲੱਗਣ ਦਿੰਦੇ ਨਚਾਰ, ਇੱਦਾਂ ਉਹ ਘੋੜੇ ਵੀ ਧਰਤੀ ਤੇ ਪੈਰ ਨਹੀਂ ਲੱਗਣ ਦਿੰਦੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਜੀ ਆਪਣੀ ਬਾਣੀ ਵਿੱਚ ਘੋੜਿਆਂ ਦੀ ਚੰਚਲਤਾਈ ਬਾਰੇ ਕੁਝ ਕਵਿਤ ਲਿਖੇ ਨੇ, ਤੇ ਉਹਦਾ ਨਾਮ ਉਹਨਾਂ ਕਵਿਤਾਂ ਦਾ ਅਥ ਅਸ਼ਵ ਵਰਣਨ। ਹੁਣ ਅਸੀਂ ਘੋੜਿਆਂ ਦਾ ਵਰਣਨ ਕਰਨ ਲੱਗੇ ਹਾਂ। ਕਲਗੀਧਰ ਕਹਿੰਦੇ ਆ, ਕਹਿੰਦੇ ਨਾਗਰਾ ਕੇ ਨੈਣ ਹੈ ਕਿ ਚਾਤੁਰਾ ਕੇ ਬੈਨ ਹੈ, ਬਗੂਲਾ ਮਨ ਗੈਨ ਕੈਸੇ ਤੈਸੇ ਥਹਿਰਤ ਹੈ। ਕਿੱਦਾਂ ਚੰਚਲ ਘੋੜੇ ਨੇ, ਕਹਿੰਦੇ ਮਾਨੋ ਕਿਸੇ ਸੁੰਦਰ ਚੰਚਲ ਇਸਤਰੀ ਦੀਆਂ ਅੱਖਾਂ ਹੋਣ। ਨਾਗਰਾ ਕੇ ਨੈਣ ਹੈ,
ਦੂਸਰੀ ਐਗਜ਼ਾਮਪਲ ਦਿੱਤੀ ਹੈ ਕਿ ਚਾਤਰਾ ਕੇ ਬੈਨ ਹੈ। ਕਿਸੇ ਚਤਰ ਵਕਤਾ ਦੀ, ਕਿਸੇ ਬੁਲਾਰੇ ਦੀ ਜ਼ਬਾਨ ਜਿਵੇਂ ਚੱਲਦੀ ਹੈ, ਇਸ ਤਰ੍ਹਾਂ ਇਹ ਘੋੜੇ ਚੰਚਲ ਹਨ। ਚਾਤਰਾ ਕੇ ਬੈਨ ਹੈ। ਤੀਜੀ ਮਿਸਾਲ ਦਿੱਤੀ, ਬਗੂਲਾ ਮਾਨੋ ਗੈਨ ਕੇ ਵਾਵ ਰੋਲੇ। ਤੁਸੀਂ ਦੇਖੇ ਹੋਣਗੇ ਉਹ ਥੰਡਰ ਵਾਵ ਰੋਲੇ ਜਿਹੜੇ ਇੱਦਾਂ ਹਵਾ ਬਣ ਕੇ ਉੱਡਦੇ ਨਾ, ਅਸਮਾਨ ਨੂੰ ਲੈ ਜਾਂਦੇ ਚੀਜ਼ ਨੂੰ, ਹਵਾ ਦੀ ਤਰ੍ਹਾਂ ਉੱਡ ਜਾਣ ਵਾਲੇ। ਬਗੂਲਾ ਮਾਨੋ ਗੈਨ ਕੈਸੇ ਤੈਸੇ ਠਹਿਰਤ ਹੈ। ਇੱਦਾਂ ਧਰਤੀ ਦੇ ਉੱਤੇ ਪੈਰ ਧਰਦੇ ਜਾ ਰਹੇ ਨੇ ਘੋੜੇ। ਅਦਕ ਉਤਾਇਲ ਲੈ ਪਗ ਡਾਲਤ। ਕਹਿੰਦੇ ਬੜੀ ਚੰਚਲਤਾ ਦੇ ਨਾਲ ਪੈਰ ਧਰਦੇ ਨੇ, ਮੋੜ ਮੋੜ ਕੇ ਧਰਤੀ ਉੱਤੇ ਆਪਣੀਆਂ ਗਾਮਚੀਆਂ ਆਪਣੇ ਸੁਮ ਮਾਰਦੇ ਨੇ। ਨਿਕਸਿਓ ਸ਼ਾਹ ਜਹਾਂ ਤਬ ਬਾਹਰ। ਬਾਦਸ਼ਾਹ ਸ਼ਾਹਜਹਾਨ ਬਾਹਰ ਨਿਕਲਿਆ ਹੈ ਕਿਲੇ ਚੋਂ। ਸਭਨ ਬਿਲੋਕਿਓ ਮਗ ਮਹਿ ਜਾਹਰ। ਬਾਦਸ਼ਾਹ ਦੀ ਸਵਾਰੀ ਚੜ੍ਹੀ ਹੈ, ਸਾਰੇ ਵਾਜੇ ਗਾਜੇ ਨਗਾਰੇ ਰਣ ਸਿੰਘੇ ਤੁਰਰੀਆਂ ਸ਼ਹਿਨਾਈਆਂ ਡੱਫ ਵਜਾਉਂਦੇ ਹੋਏ ਤੇ ਬਹੁਤ ਰੌਲੇ ਗੌਲੇ ਨਾਲ ਸ਼ੋਰ ਸ਼ਰਾਬੇ ਨਾਲ ਜਾਹੋ ਜਲਾਲ ਨਾਲ ਬਾਦਸ਼ਾਹ ਨਿਕਲਿਆ ਹੈ। ਦੋਏ ਤਰੰਗ ਚਲਤ ਪੇ ਆਗੇ। ਉਹਨਾਂ ਸਾਰੇ ਜਲੂਸ ਦੇ ਵਿੱਚ ਹਰ ਚੀਜ਼ ਵੇਖਣ ਵਾਲੀ ਹੈ, ਪਰ ਦੋ ਘੋੜੇ ਅੱਗੇ ਅੱਗੇ ਤੁਰੇ ਜਾਂਦੇ ਹਨ। ਜਿਨ ਕੇ ਸਾਥ ਮਹਾ ਅਨੁਰਾਗੇ। ਜਿਨ੍ਹਾਂ ਘੋੜਿਆਂ ਨਾਲ ਬਾਦਸ਼ਾਹ ਦਾ ਬਹੁਤ ਪ੍ਰੇਮ ਹੈ। ਬਾਦਸ਼ਾਹ ਉਹਨਾਂ ਘੋੜਿਆਂ ਉੱਤੇ ਬੜੀ ਨਿਗਾਹ ਰੱਖਦਾ ਹੈ। ਉਹਨਾਂ ਘੋੜਿਆਂ ਨੂੰ ਆਪਣੀ ਨਜ਼ਰ ਤੋਂ ਓਹਲੇ ਨਹੀਂ ਹੋਣ ਦਿੰਦਾ। ਨਿਜ ਆਖਨ ਕੇ ਆਗੇ ਰੱਖ ਹੈ। ਸ਼ਾਹਜਹਾਨ ਉਹਨਾਂ ਘੋੜਿਆਂ ਨੂੰ ਹਰ ਵੇਲੇ ਆਪਣੀਆਂ ਅੱਖਾਂ ਦੇ ਅੱਗੇ ਰੱਖਦਾ ਹੈ। ਜਦੋਂ ਸੰਮਣ ਬੁਰਜ ਵਿੱਚ ਸੌਂਦਾ ਹੈ ਰਾਤ ਨੂੰ, ਤਾਂ ਉਸ ਖਿੜਕੀ 'ਚੋਂ ਜਿੱਥੇ ਘੋੜਿਆਂ 'ਤੇ ਨਜ਼ਰ ਪੈ ਸਕੇ ਉਹਦੇ ਕੋਲ ਪਲੰਘ ਡਾਹਿਆ ਹੋਇਆ। ਉੱਠਦਿਆਂ ਸਾਰ ਰਾਤ ਨੂੰ ਵੀ ਉੱਠ ਉੱਠ ਕੇ ਆਪਣੇ ਘੋੜੇ ਦੇਖਦਾ। ਇੰਨਾ ਇਹਨਾਂ ਘੋੜਿਆਂ ਨਾਲ ਬਾਦਸ਼ਾਹ ਦਾ ਸਨੇਹ ਹੈ। ਇੰਨੇ ਪਿਆਰੇ ਘੋੜੇ ਹਨ। ਮਗ ਮਹਿ ਵਿਚਰਨ ਨਹੀਂ ਅਬਿਲਾਖ ਹੈ। ਹਾਂ, ਬਾਦਸ਼ਾਹ ਹੁਣ ਜਲੂਸ ਵਿੱਚ ਚੱਲਿਆ, ਹਾਥੀ ਤੇ ਬਹਿ ਕੇ ਜਲਵਾ ਫਰੋਸ਼ ਹੋਇਆ। ਕਿਤੇ ਘੋੜੇ ਅੱਖਾਂ ਤੋਂ ਓਹਲੇ ਨਾ ਹੋ ਜਾਣ। ਉਹਨਾਂ ਦੋਵਾਂ ਘੋੜਿਆਂ ਨੂੰ ਸਜਾ ਕੇ ਸ਼ਿੰਗਾਰ ਕੇ ਅੱਗੇ ਆਪਣੀ ਸਵਾਰੀ ਦੇ ਤੋਰ ਲਿਆ ਹੈ ਕੋਤਲ ਘੋੜਿਆਂ ਨੂੰ। ਤਹਾਂ ਲੋਕ ਹਮ ਪੁੱਛੇ ਜਬੈ। ਭਾਈ ਤਾਰਾ ਚੰਦ ਬਖਤਮਲ ਕਹਿੰਦੇ, ਅਸੀਂ ਲੋਕਾਂ ਨੂੰ ਪੁੱਛਿਆ, ਭਾਖੇ ਗੁਣ ਅਰ ਕੀਮਤ ਸਬੈ। ਲੋਕਾਂ ਨੇ ਉਹਨਾਂ ਘੋੜਿਆਂ ਦੀ ਕੀਮਤ ਤੇ ਗੁਣ ਦੱਸੇ ਹਨ। ਮਨਹੁ ਕਾਮ ਕਾਰੀਗਰ ਹੋਏ। ਇੰਨੇ ਸੋਹਣੇ ਘੋੜੇ ਨੇ, ਲੱਗਦਾ ਮਾਨੋ ਕਾਮਦੇਵ ਨੇ ਆਪ ਕਾਰੀਗਰੀ ਕੀਤੀ ਹੋਈ ਹੈ। ਕਾਮਦੇਵ ਨੇ ਕਾਰੀਗਰ ਬਣ ਕੇ ਇਹ ਘੋੜਿਆਂ ਦੀਆਂ ਮੂਰਤਾਂ ਬਣਾਈਆਂ ਨੇ, ਜਿਵੇਂ ਇੰਜ ਲੱਗਦਾ ਇੰਨੇ ਸੋਹਣੇ ਨੇ। ਹਾਂਜੀ, ਕਰੀ ਮੂਰਤ ਸੁੰਦਰ ਦੋਏ। ਇਹਨਾਂ ਦੀ ਸੋਹਣੀ ਮੂਰਤੀ, ਇੰਨਾ ਸੋਹਣਾ ਰੂਪ, ਇੰਨਾ ਹੁਸਨ ਹੈ ਇਹਨਾਂ ਘੋੜਿਆਂ ਦੇ ਉੱਤੇ ਵੀ ਕਹਿ ਨਹੀਂ ਸਕਦਾ, ਕੋਈ ਬਿਆਨ ਨਹੀਂ ਕਰ ਸਕਦਾ। ਹਮਰੀ ਮਤ ਮੈਂ ਤਬ ਇਮ ਆਵੈ। ਭਾਈ ਤਾਰਾ ਚੰਦ ਬਖਤਮਲ ਕਹਿੰਦੇ, ਸੱਚੇ ਪਾਤਸ਼ਾਹ ਸਾਡੇ ਮਨ ਵਿੱਚ ਇਉਂ ਆਉਂਦਾ ਹੈ ਵਿਖ ਹੈ ਇੰਦਰ ਤੋ ਚਿਤ ਬਿਰਮਾਵੈ। ਵੀ ਜੇ ਉਹਨਾਂ ਘੋੜਿਆਂ ਨੂੰ ਇੰਦਰ ਦੇਵਤਾ ਵੀ ਦੇਖ ਲਵੇ ਨਾ, ਉਹਦਾ ਮਨ ਵੀ ਡੋਲ ਜਾਵੇ। ਇੰਨੇ ਸੋਹਣੇ ਘੋੜੇ ਹਨ। ਤਿਨ ਕੇ ਗੁਣ ਕਿਛ ਗਿਣੇ ਨ ਜਾਈ। ਉਹਨਾਂ ਘੋੜਿਆਂ ਦੇ ਗੁਣ ਗਿਣੇ ਨਹੀਂ ਜਾ ਸਕਦੇ, ਬਿਆਨ ਨਹੀਂ ਹੋ ਸਕਦੇ। ਸੁਨੇ ਕਹਿਤ ਨਰ ਹੈ ਦਰਿਆਈ। ਉਹਨਾਂ ਨੂੰ ਲੋਕ ਦਰਿਆਈ ਘੋੜੇ ਕਹਿੰਦੇ ਆ। ਉਹ ਦਰਿਆਈ ਘੋੜੇ ਹਨ। ਇੱਕ ਗੁਲਬਾਗ ਤੇ ਤਿਆ ਦਿਲਬਾਗ। ਲੋਕਾਂ ਨੇ ਨਾਮ ਵੀ ਦੱਸਿਆ, ਜੋ ਬਾਦਸ਼ਾਹ ਨੇ ਉਹਨਾਂ ਦੇ ਘੋੜਿਆਂ ਦੇ ਨਾਂ ਰੱਖੇ ਹੋਏ ਨੇ। ਇੱਕ ਦਾ ਨਾਂ ਦਿਲਬਾਗ ਘੋੜਾ ਹੈ ਤੇ ਦੂਜੇ ਦਾ ਗੁਲਬਾਗ ਹੈ। ਸੁਨੇ ਨਾਮ ਉਪਜਹ ਅਨੁਰਾਗ। ਨਾਂ ਸੁਣ ਕੇ ਹੀ ਮਨ ਬਾਗੋ ਬਾਗ ਹੋ ਜਾਂਦਾ, ਮਨ 'ਚ ਪ੍ਰੇਮ ਪੈਦਾ ਹੋ ਜਾਂਦਾ। ਇੰਨੇ ਸੋਹਣੇ ਘੋੜੇ ਹਨ ਦੋਵੇਂ ਹੀ। ਭਰੇ ਨਦੀ ਨਦ ਹੋਵਤ ਪਾਰ। ਕਹਿੰਦੇ ਦਰਿਆਈ ਘੋੜੇ ਨੇ, ਦਰਿਆ ਭਰਿਆ ਹੋਵੇ, ਪਾਣੀ ਨਾਲ ਠਾਠਾ ਮਾਰਦਾ ਹੋਵੇ ਤੇ ਸਵਾਰ ਨੂੰ ਲੈ ਕੇ ਪਰਲੇ ਪਾਸੇ ਪਹੁੰਚਾ ਦਿੰਦੇ ਨੇ, ਡੁੱਬਣ ਨਹੀਂ ਦਿੰਦੇ। ਨਹਿ ਪੀਗਨ ਦੇ ਜਲ ਅਸਵਾਰ। ਸਵਾਰ ਨੂੰ ਪਾਣੀ ਦੇ ਵਿੱਚ ਡੁੱਬਣ ਨਹੀਂ ਦਿੰਦੇ, ਭਿੱਗਣ ਨਹੀਂ ਦਿੰਦੇ, ਉੱਤੇ ਉੱਤੇ ਤਰ ਜਾਂਦੇ ਨੇ। ਛਿਤ ਪਰ ਚਰਨ ਰਖ ਹੈ ਕੈ ਨਾਹੀ। ਧਰਤੀ ਤੇ ਪਤਾ ਨਹੀਂ ਪੈਰ ਰੱਖਦੇ ਕਿ ਨਹੀਂ ਰੱਖਦੇ, ਧਰਤੀ ਤੇ ਪੈਰ ਲੱਗਣ ਨਹੀਂ ਦਿੰਦੇ। ਲਖੇ ਨ ਪਰ ਹੈ ਚਲਤ ਮਗ ਮਾਹੀ। ਰਸਤੇ ਤੁਰਦੇ ਪਤਾ ਨਹੀਂ ਲੱਗਦਾ ਵੀ ਇਹ ਪੈਦਲ ਤੁਰ ਰਹੇ ਨੇ ਕਿ ਉੱਡ ਰਹੇ ਨੇ। ਕਨੀ ਆਰਜਾ ਹਮ ਹੋ ਬਿਤਾਈ। ਭਾਈ ਤਾਰਾ ਚੰਦ ਬਖਤਮਲ ਕਹਿੰਦਾ, ਗੁਰੂ ਜੀ ਸਾਡੀ ਬੜੀ ਉਮਰ ਹੋ ਗਈ ਹੈ, ਅਸ ਅਸ ਪਿਖੇ ਨਹੀਂ ਕਿਸ ਥਾਈ। ਸਾਰੀ ਉਮਰ 'ਚ ਇਹੋ ਜਿਹੇ ਘੋੜੇ ਨਹੀਂ ਵੇਖੇ। ਪਿਖ ਸੰਗਤ ਆਨੰਦਤ ਹੋਈ।
ਮਹਾਰਾਜ ਸਾਡੀ ਤੇ ਸੰਗਤ ਵੇਖ ਕੇ ਬੜੀ ਪ੍ਰਸੰਨ ਹੋਈ ਉਹਨਾਂ ਘੋੜਿਆਂ ਨੂੰ। ਕਹਿਓ ਗੁਰੂ ਟਿਗ ਚਾਹੀਅਤ ਦੋਈ। ਅਸੀਂ ਚਾਹੁੰਦੇ ਵੀ ਗੁਰੂ ਸਾਹਿਬ ਕੋਲ ਹੋਣੇ ਚਾਹੀਦੇ ਘੋੜੇ ਦੋਵੇਂ ਹੀ, ਜਿਨ ਕੇ ਚਿਤ ਮਹਿ ਸ਼ੌਕ ਬਿਸਾਲਾ। ਜਿਨ੍ਹਾਂ ਦੇ ਮਨ ਵਿੱਚ ਵੱਡਾ ਭਾਰੀ ਸ਼ੌਕ ਪੈਦਾ ਹੋਇਆ ਸਿੱਖਾਂ ਦੇ ਚੜ੍ਹੈ ਕਰਹਿ ਰਣ ਰਿਪਨ ਕਰਾਲਾ। ਵੀ ਗੁਰੂ ਸਾਹਿਬ ਇਹਨਾਂ ਘੋੜਿਆਂ ਦੀ ਸਵਾਰੀ ਕਰਨ, ਕਿਉਂਕਿ ਗੁਰੂ ਸਾਹਿਬ ਵੀ ਘੋੜਿਆਂ ਦੇ ਸ਼ੌਕੀਨ ਹਨ। ਇਹਨਾਂ ਘੋੜਿਆਂ ਤੇ ਸਵਾਰ ਹੋ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਜਦੋਂ ਸ਼ਾਨ ਸ਼ੌਕਤ ਨਾਲ ਨਿਕਲਣਗੇ ਬੜੇ ਮਨ ਨੂੰ ਮੋਹਣਗੇ। ਜਿੰਨੇ ਸਤਿਗੁਰੂ ਸੋਹਣੇ ਨੇ ਉੱਦਾਂ ਦੇ ਇਹ ਘੋੜੇ ਵੀ ਬੜੇ ਸੋਹਣੇ ਨੇ, ਤੇ ਸਤਿਗੁਰੂ ਸੋਹਣਿਆਂ ਦੀ ਸ਼ਾਨ ਵਿੱਚ ਇਹ ਸੋਹਣੇ ਘੋੜੇ ਜਾਣੇ ਚਾਹੀਦੇ ਨੇ। ਤੁਰ ਕੇਸ਼ਰ ਟਿਗ ਹੈ ਤੋ ਸਹੀ। ਬਾਦਸ਼ਾਹ ਕੋਲ ਹੈਨ ਤਾਂ ਸਹੀ ਘੋੜੇ ਰੱਖੀ ਤਾਂ ਬੈਠਾ ਸ਼ੌਂਕ ਨਾਲ ਸ਼ਾਹਜਹਾਨ, ਲਰਨ ਅਰੂਡਨ ਜਾਣ ਹੈ ਨਹੀਂ। ਪਰ ਨਾ ਬਾਦਸ਼ਾਹ ਨੂੰ ਸਵਾਰੀ ਕਰਨੀ ਆਉਂਦੀ ਉਹਨਾਂ ਘੋੜਿਆਂ ਦੀ। ਤੇ ਜੰਗ ਤੇ ਬਾਦਸ਼ਾਹ ਵਿਚਾਰੇ ਨੇ ਕੀ ਕਰਨਾ, ਸੂਰਮਾ ਤਾਂ ਹੈ ਹੀ ਨਹੀਂ। ਇਹੋ ਜਿਹੇ ਬਾਦਸ਼ਾਹ ਲੋਕ ਤਾਂ ਕਾਇਰ ਬੁਝਦਿਲ ਹੀ ਹੁੰਦੇ, ਜ਼ਿਆਦਾਤਰ ਅੰਦਰ ਹੀ ਲੁਕੇ ਰਹਿੰਦੇ ਆ ਤੇ ਆਪਣੀ ਜਾਨ ਬੜੀ ਪਿਆਰੀ ਕਰਕੇ ਰੱਖਦੇ। ਮਹਾਰਾਜ ਉਹ ਘੋੜੇ ਸੂਰਮਿਆਂ ਦੇ ਚੜ੍ਹਨ ਵਾਲੇ ਹਨ, ਆਪ ਜੀ ਦੀ ਸਵਾਰੀ ਵਾਲੇ ਹਨ। ਸ਼੍ਰੀ ਸਤਿਗੁਰ ਕੋ ਢੀਲ ਬਡੇਰੋ। ਅਸੀਂ ਸੋਚਿਆ ਸਾਡੇ ਸਤਿਗੁਰੂ ਬੜੇ ਬਲੀ ਹਨ, ਹੋਏ ਅਰੂਡਨ ਸ਼ਬ ਹੈ ਕਨੇਰੋ। ਤੇ ਸੋਹਣੇ ਸਤਿਗੁਰੂ ਜਦੋਂ ਇਹਨਾਂ ਸੋਹਣਿਆਂ ਘੋੜਿਆਂ ਤੇ ਚੜ੍ਹਨਗੇ ਬੜੇ ਹੀ ਸੋਹਣੇ ਲੱਗਣਗੇ। ਚੜ ਸੰਗਤ ਕੋ ਦਰਸ਼ਨ ਦਾ ਹੈ। ਆਪਣੀਆਂ ਸੰਗਤਾਂ ਨੂੰ ਦਰਸ਼ਨ ਦੇਣਗੇ ਸਤਿਗੁਰੂ। ਸਭ ਸਿੱਖਿਅਨ ਆਨੰਦ ਉਪਜਾ ਹੈ। ਸਿੱਖਾਂ ਦਾ ਮਨ ਬੜਾ ਖੁਸ਼ ਹੋਵੇਗਾ ਜਦੋਂ ਸਤਿਗੁਰੂ ਦਿਲਬਾਗ ਗੁਲਬਾਗ ਦੀ ਸਵਾਰੀ ਕਰਨਗੇ। ਹਮਸਨ ਕੈ ਸਭ ਕੇ ਸੰਗ ਕਹੀ। ਅਸੀਂ ਸਾਰੇ ਆਪਸ ਵਿੱਚ ਗੱਲ ਕੀਤੀ, ਚਾਹ ਜੇ ਗੁਰੂ ਕਠਨ ਕੁਛ ਨਹੀਂ। ਜੇ ਗੁਰੂ ਸਾਹਿਬ ਚਾਹਣ ਤੇ ਘੋੜੇ ਗੁਰੂ ਸਾਹਿਬ ਕੋਲ ਪਹੁੰਚ ਜਾਣਗੇ। ਸਾਧ ਸੰਗਤ ਜੀ, ਭਾਈ ਤਾਰਾ ਚੰਦ ਬਖਤਮਲ ਨੇ ਗੁਰੂ ਸਾਹਿਬ ਦੇ ਚਰਨਾਂ 'ਚੋਂ ਬੇਨਤੀ ਕੀਤੀ, ਸਤਿਗੁਰੂ ਸਮਝ ਗਏ। ਕਿਉਂਕਿ ਬਾਦਸ਼ਾਹ ਨੇ ਵੀ ਗੁਰੂ ਕੇ ਸਿੱਖਾਂ ਤੋਂ ਘੋੜੇ ਖੋਏ ਸਨ, ਤੇ ਅੱਜ ਹੁਣ ਵਾਪਸ ਲਿਆਉਣ ਦਾ ਸਮਾਂ ਬਣ ਗਿਆ। ਜ਼ਾਲਮਾਂ ਕੋਲੋਂ ਗੁਰੂ ਕੇ ਸਿੱਖਾਂ ਦੀਆਂ ਅਮਾਨਤਾਂ, ਕਿਉਂਕਿ ਸਤਿਗੁਰੂ ਜੀ ਨੇ ਬਾਜ ਤਾਜ ਹਮਨੇ ਸਭ ਲੈਣਾ, ਕਹਿੰਦੇ ਕੋ ਕਿਸੇ ਕੋ ਰਾਜ ਨਾ ਦਹਿ, ਜੋ ਲਹਿ ਨਿਜ ਬਲ ਸੋ ਲਹਿ। ਤੇ ਜ਼ਾਲਮ ਨਾਲ ਖਹਿ ਕੇ ਤੁਰਨਾ ਸੂਰਮਿਆਂ ਦਾ ਕੰਮ ਹੁੰਦਾ, ਕਾਇਰਾਂ ਦਾ ਕੰਮ ਨਹੀਂ ਹੁੰਦਾ। ਤੇ ਸੱਚੇ ਪਾਤਸ਼ਾਹ ਨੇ ਜ਼ਾਲਮਾਂ ਨੂੰ ਵੰਗਾਰ ਪਾਈ ਹੈ। ਭਾਈ ਸਾਹਿਬ ਭਾਈ ਬਿਧੀ ਚੰਦ ਜੀ ਉਹ ਵੰਗਾਰ ਸਤਿਗੁਰੂ ਸੱਚੇ ਪਾਤਸ਼ਾਹ ਦਾ ਬਚਨ ਮੰਨ ਕੇ ਇਹ ਘੋੜੇ ਲਿਆਉਣਗੇ। ਕਥਾ ਸ਼ੁਰੂ ਹੋਣੀ ਹੈ ਹੁਣ ਘੋੜਿਆਂ ਦੀ। ਆਪ ਜੀ ਅਗਲੇ ਦਿਨਾਂ 'ਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਬਣਾਓ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ।